ਸਵਾਗਤ ਹੈ ਪੰਜਾਬੀ ਨੈਸ਼ਨਲ ਟੀਵੀ ਦੇਖਦੇ ਦਰਸ਼ਕਾਂ ਦਾ। ਕਿਸਾਨੀ ਅੰਦੋਲਨ ਨੂੰ ਚੱਲਦਿਆਂ ਲਗਭਗ 4 ਮਹੀਨੇ ਤੋਂ ਉੱਪਰ ਦਾ ਸਮਾਂ ਚੱਲ ਰਿਹਾ। ਆਪਾਂ ਦੇਖਦੇ ਹਾਂ ਕਿ ਕਿਸਾਨੀ ਅੰਦੋਲਨ ਜਿਸ ਤਰ੍ਹਾਂ ਪੰਜਾਬ ਦੇ ਜ਼ਿਲ੍ਹਿਆਂ ਚੋਂ ਪਿੰਡਾਂ ਚੋਂ ਉੱਠਦਾ ਹੋਇਆ ਦਿੱਲੀ ਦੀਆਂ ਬਰੂਹਾਂ ਤੇ ਆਣ ਕੇ ਬੈਠ ਚੁੱਕਾ, ਤਾਂ ਇਹ ਸੰਘਰਸ਼ ਨੂੰ ਜਿੱਥੇ ਸਾਡੇ ਸਿਆਣੇ ਲੀਡਰਾਂ ਦੀ ਸੁਘੜ ਸੋਚ ਤੇ ਉਹਨਾਂ ਦੀ ਦੂਰਅੰਦੇਸ਼ੀ ਸੋਚ ਨੇ ਇੱਥੇ ਤੱਕ ਲੈ ਕੇ ਆਂਦਾ, ਉੱਥੇ ਨੌਜਵਾਨ ਵਰਗ ਨੇ ਵੀ ਬਹੁਤ ਵੱਡਾ ਵਿੱਚ ਅਹਿਮ ਰੋਲ ਅਦਾ ਕੀਤਾ। ਨਾਲ ਨਾਲ ਅਸੀਂ ਇਹ ਦੇਖਦੇ ਕਿ ਜਿਸ ਤਰ੍ਹਾਂ ਬਜ਼ੁਰਗਾਂ ਦਾ ਤੇ ਨੌਜਵਾਨਾਂ ਦਾ ਸਾਥ ਮਿਲਿਆ, ਉਸ ਤੋਂ ਬਾਅਦ ਬੀਬੀਆਂ ਭੈਣਾਂ ਤੇ ਸਾਡੀਆਂ ਧੀਆਂ ਨੇ ਇਸ ਅੰਦੋਲਨ ਦੇ ਵਿੱਚ ਜਿੰਨਾ ਵੱਡਾ ਯੋਗਦਾਨ ਪਾਇਆ ਆ, ਉਹ ਕਦੀ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਕਿਉਂਕਿ ਇਹ ਅੰਦੋਲਨ ਅੱਜ ਤੱਕ ਜੇ 4-4.5 ਮਹੀਨੇ ਦਾ ਟਿਕਿਆ ਬੈਠਾ, ਤੇ ਉਹਦੇ ਵਿੱਚ ਸਾਡੀਆਂ ਬੀਬੀਆਂ ਭੈਣਾਂ ਦਾ ਬਹੁਤ ਅਹਿਮ ਰੋਲ ਆ। ਅਹਿਮ ਰੋਲ ਕਰਕੇ ਹੀ ਇਹ ਅੰਦੋਲਨ ਅੱਗੇ ਚੱਲ ਰਿਹਾ। ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਜਿਸ ਤਰ੍ਹਾਂ ਵੱਖ-ਵੱਖ ਸੰਸਥਾਵਾਂ ਦੇ ਵਿੱਚ ਔਰਤਾਂ ਨੂੰ ਆਪਾਂ ਕਿਹਾ ਤਾਂ ਜਾਂਦਾ ਆ ਕਿ ਬਰਾਬਰ ਅਸੀਂ ਰੱਖਿਆ ਜਾਂਦਾ, ਤਾਂ ਬਰਾਬਰ ਮੋਢੇ ਨਾਲ ਮੋਢਾ ਲਾ ਕੇ ਔਰਤਾਂ ਸਾਡੇ ਖੜ੍ਹਦੀਆਂ ਵੀ ਨੇ, ਸਾਡੀਆਂ ਭੈਣਾਂ ਸਾਡਾ ਸਾਥ ਵੀ ਦਿੰਦੀਆਂ। ਪਰ ਜਦੋਂ ਕਿਤੇ ਅਹੁਦਾ ਲੈਣ ਦੀ ਗੱਲ ਆਉਂਦੀ ਆ ਜਾਂ ਕਿਤੇ ਨੁਮਾਇੰਦਗੀ ਦੀ ਗੱਲ ਆਉਂਦੀ ਆ, ਤਾਂ ਸਾਡਾ ਮਰਦ ਪ੍ਰਧਾਨ ਸਮਾਜ ਜਿਹੜਾ ਆ ਉਹ ਫਿਰ ਵੀ ਕਿਤੇ ਨਾ ਕਿਤੇ ਸਾਡੀ ਇਸ ਔਰਤ ਵਰਗ ਦੇ ਨਾਲ ਬਖਰੇਵੇਂ ਕਰ ਜਾਂਦਾ। ਹੁਣੇ ਐਲਾਨ ਹੋਇਆ ਦਿੱਲੀ ਦੀਆਂ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦਾ। ਉਹਦੇ ਵਿੱਚ ਬੀਬੀਆਂ ਨੂੰ, ਭੈਣਾਂ ਨੂੰ ਜਾਂ ਸਾਡੀਆਂ ਧੀਆਂ ਨੂੰ ਸ਼੍ਰੋਮਣੀ ਕਮੇਟੀ ਦੀਆਂ ਟਿਕਟਾਂ ਦੇ ਵਿੱਚ ਵੰਡ ਜਦੋਂ ਕੀਤੀ ਗਈ, ਤੇ ਬਹੁਤ ਘੱਟ ਕਰਕੇ ਅੰਕਿਆ ਗਿਆ ਤੇ ਬਹੁਤ ਘੱਟ ਸੀਟਾਂ ਜਿਹੜੀਆਂ ਆ ਉਹ ਔਰਤਾਂ ਲਈ ਛੱਡੀਆਂ ਗਈਆਂ, ਨਾ ਮਾਤਰ ਹੀ ਛੱਡੀਆਂ ਗਈਆਂ। ਇਹਦੇ ਸੰਬੰਧ ਦੇ ਵਿੱਚ ਅੱਜ ਸਾਡੇ ਕੋਲ ਬਹੁਤ ਹੀ ਜ਼ਿਆਦਾ ਕ੍ਰਾਂਤੀਕਾਰੀ ਸੋਚ ਰੱਖਣ ਵਾਲੀ ਬੀਬੀ ਗੁਰਜੀਤ ਕੌਰ ਜੀ ਸਾਡੇ ਨਾਲ ਜੁੜ ਚੁੱਕੇ ਆ। ਉਹਨਾਂ ਨਾਲ ਇਸ ਗੱਲਬਾਤ ਲਈ ਸਾਰੀ ਵਾਰਤਾ ਦੇ ਵਿੱਚ ਪਤਾ ਕਰਾਂਗੇ ਕਿ ਸ਼੍ਰੋਮਣੀ ਕਮੇਟੀ ਨੇ ਜਿਹੜੀਆਂ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਦੇ ਵਿੱਚ ਔਰਤਾਂ ਲਈ ਬਹੁਤ ਘੱਟ ਸੀਟਾਂ ਛੱਡੀਆਂ ਆ, ਤੇ ਉਹਨਾਂ ਦਾ ਇਸ ਗੱਲ ਉੱਤੇ ਕੀ ਕਹਿਣੇ ਆ ਤੇ ਕੀ ਇਹਨਾਂ ਦੇ ਮਨ ਦੇ ਵਿਚਾਰ ਆ। ਗੁਰਜੀਤ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਦੇਖਦੇ ਹਾਂ ਕਿ ਸਮਾਜ ਵਿੱਚ ਅਸੀਂ ਸਟੇਜਾਂ ਤੇ ਚੜ੍ਹ ਕੇ ਗੱਲਾਂ ਤਾਂ ਬਹੁਤ ਕਰਦੇ ਹਾਂ ਕਿ ਔਰਤਾਂ ਜਾਂ ਧੀਆਂ ਭੈਣਾਂ ਸਾਡਾ ਉਹ ਸਮਾਜ ਦਾ ਅਹਿਮ ਅੰਗ ਆ, ਤੇ ਇਹਨਾਂ ਦੀ ਸ਼ਮੂਲੀਅਤ ਤੋਂ ਬਿਨਾਂ, ਇਹਨਾਂ ਦੇ ਸਾਥ ਤੋਂ ਬਿਨਾਂ ਸਾਡਾ ਕੋਈ ਵੀ ਅੰਦੋਲਨ ਜਾਂ ਸਾਡਾ ਕੋਈ ਵੀ ਵਿਹਾਰ ਕਾਰ ਆ ਉਹ ਅੱਗੇ ਨਹੀਂ ਜਾ ਸਕਦਾ। ਪਰ ਜਦੋਂ ਕਿਤੇ ਨੁਮਾਇੰਦਗੀ ਦੀ ਗੱਲ ਆਉਂਦੀ ਆ, ਬੀਬੀਆਂ ਨੂੰ ਮੂਹਰੇ ਕਰਨ ਦੀ ਗੱਲ ਆਉਂਦੀ ਆ, ਤੇ ਉੱਥੇ ਆਣ ਕੇ ਫਿਰ ਮਰਦ ਪ੍ਰਧਾਨ ਸਮਾਜ ਜਿਹੜਾ ਆ ਉਹ ਸਾਡੀਆਂ ਭੈਣਾਂ ਨੂੰ, ਬੀਬੀਆਂ ਨੂੰ ਘੱਟ ਕਰਕੇ ਆਂਕਦਾ। ਸ਼੍ਰੋਮਣੀ ਕਮੇਟੀ ਦਿੱਲੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ, ਉਹ ਗੁਰਦੁਆਰਾ ਚੋਣਾਂ ਦੇ ਵਿੱਚ ਇਸ ਵਾਰੀ ਜਿਹੜਾ ਬੀਬੀਆਂ ਦੀ ਲਿਸਟ ਤੁਸੀਂ ਸਾਨੂੰ ਦਿਖਾਈ ਆ, ਬਹੁਤ ਘੱਟ ਨਾ ਮਾਤਰ ਉਹਨਾਂ ਨੂੰ ਸੀਟਾਂ ਛੱਡੀਆਂ ਗਈਆਂ। ਤੁਸੀਂ ਇਦਾਂ ਦੀ ਸੋਚ ਨੂੰ ਕੀ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਮੈਂ ਇੱਥੇ ਇਹ ਕਹਿਣਾ ਚਾਹੁੰਦੀ ਹਾਂ ਕਿ ਇਸ ਅੰਦੋਲਨ ਤੋਂ ਵੀ ਉਹਨਾਂ ਨੇ ਨਹੀਂ ਸਿੱਖਿਆ। ਇਸ ਅੰਦੋਲਨ ਤੋਂ ਇਹ ਲਗਾਤਾਰ ਦਿੱਲੀ ਦੇ ਬਾਰਡਰਾਂ ਤੇ ਆ, ਵੱਖ-ਵੱਖ ਬਾਰਡਰਾਂ ਤੇ, ਜਿਹਦੇ ਵਿੱਚ ਇੱਥੇ ਔਰਤ ਨੂੰ ਸਤਿਕਾਰ ਦਿੱਤਾ ਜਾਂਦਾ। ਔਰਤ ਦੀ ਸ਼ਮੂਲੀਅਤ ਹੈ, ਜੇ ਅੰਦੋਲਨਾਂ ਦੇ ਵਿੱਚ ਔਰਤ ਦੀ ਸ਼ਮੂਲੀਅਤ ਹੋ ਸਕਦੀ ਹੈ, ਗੁਰਦੁਆਰਿਆਂ ਦੇ ਵਿੱਚ ਲੰਗਰ ਔਰਤਾਂ ਪਕਾ ਸਕਦੀਆਂ ਨੇ, ਘਰ ਔਰਤਾਂ ਸਾਂਭ ਸਕਦੀਆਂ ਨੇ, ਖੇਤ ਔਰਤਾਂ ਸਾਂਭ ਸਕਦੀਆਂ ਨੇ, ਦੇਸ਼ ਵੀ ਔਰਤਾਂ ਸਾਂਭ ਸਕਦੀਆਂ ਨੇ, ਤੇ ਫਿਰ ਇਹ ਜਿਹੜੀਆਂ ਧਾਰਮਿਕ ਸੰਸਥਾਵਾਂ ਨੇ, ਜਾਂ ਤੁਸੀਂ ਮੈਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਇੱਥੇ ਗੱਲ ਕਰਨਾ ਚਾਹੁੰਦੀ ਹਾਂ ਕਿ ਸਭ ਤੋਂ ਪਹਿਲਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡਾ ਦਰਜਾ ਦੇਖੋ। ਭੰਡ ਜੰਮੀਏ, ਭੰਡ ਨੰਮੀਏ, ਭੰਡ ਮੰਗਣ ਵਿਆਓ, ਭੰਡੋ ਹੋਵੇ ਦੋਸਤੀ, ਭੰਡੋ ਚੱਲੇ ਰਹੋ, ਭੰਡ ਮੁਆ, ਭੰਡ ਭਾਲੀਏ, ਭੰਡੋ ਹੋਵੇ ਪ੍ਰਧਾਨ, ਸੋ ਕਿਉਂ ਮੰਦਾ ਆਖੀਏ ਜਿਤ ਜਾਮੇ ਰਜਾਨ। ਇਹ ਬਾਬੇ ਨਾਨਕ ਜੀ ਨੇ ਸਾਡੇ ਜਿਹੜੇ ਸਭ ਤੋਂ ਕ੍ਰਾਂਤੀਕਾਰੀ ਸਾਡੇ ਸਿੱਖ ਮੋਢੀ ਸੀਗੇ ਸਿੱਖ ਧਰਮ ਦੇ, ਉਹਨਾਂ ਦੀ ਇਹ ਆਸਾ ਦੀ ਵਾਰ ਬਾਣੀ ਦੇ ਵਿੱਚ ਔਰਤ ਦੇ ਦਰਜੇ ਦੀ ਗੱਲ ਕੀਤੀ ਗਈ ਕਿ ਔਰਤ ਦਾ ਦਰਜਾ ਜਿਹੜੀ ਰਾਜਿਆਂ ਨੂੰ ਜਨਮ ਦਿੰਦੀ ਹੈ, ਸਾਧਾਂ ਨੂੰ ਜਨਮ ਦਿੰਦੀ ਹੈ, ਫਕੀਰਾਂ ਨੂੰ ਜਨਮ ਦਿੰਦੀ ਹੈ, ਪ੍ਰਧਾਨ ਮੰਤਰੀਆਂ ਨੂੰ ਜਨਮ ਦਿੰਦੀ ਹੈ, ਤੇ ਉਹਦਾ ਦਰਜਾ ਬਰਾਬਰ ਹੋਣਾ ਚਾਹੀਦਾ। ਤੇ ਮੇਰੇ ਦੇਸ਼ ਦੇ ਵਿੱਚ 48% ਮਹਿਲਾਵਾਂ ਨੇ। ਤੇ ਹੁਣ ਦੇਖੋ ਵੀ ਇਹ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂ ਤੁਹਾਡੇ ਸਾਹਮਣੇ ਲਿਸਟ ਤੁਹਾਨੂੰ ਪਹਿਲਾਂ ਵੀ ਦਿਖਾਈ ਹੈ। ਇਹ 26 ਕੈਂਡੀਡੇਟ ਦੀ, ਇਹਦੇ ਵਿੱਚ ਇੱਕ ਵੀ ਲੇਡੀ ਹੈ ਨਹੀਂ। 26 ਕੈਂਡੀਡੇਟਸ ਦੀ ਲਿਸਟ ਹੈ, ਇਹਦੇ ਵਿੱਚ ਇੱਕ ਵੀ ਜਿਹੜੀ ਕਿ ਸਭ ਤੋਂ ਵੱਡੀ ਬ੍ਰਾਂਡਡ ਪਾਰਟੀ ਮੰਨੀ ਜਾਂਦੀ ਹੈ, ਜਿਹੜੀ ਇਹ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀ, ਕਿਉਂਕਿ ਉਹਦਾ ਨਾਮ ਚੱਲਦਾ ਹੈ, ਜਿਹਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਿਹਦੇ ਪ੍ਰਧਾਨ ਇੱਥੇ ਮਨਜਿੰਦਰ ਸਿੰਘ ਸਿਰਸਾ ਹੈ, ਤੇ ਆਲ ਪੰਜਾਬ 'ਚ ਸੁਖਬੀਰ ਸਿੰਘ ਬਾਦਲ ਹੈ। ਤੇ ਦੇਖੋ ਪੰਜਾਬ ਦਾ ਵੀ ਅਸਰ ਹੋਣਾ ਚਾਹੀਦਾ। ਇਹ ਮੈਂ ਸੁਣਿਆ ਕਿ ਟਿਕਟਾਂ ਦੀ ਜਿਹੜੀ ਡਿਸਟ੍ਰੀਬਿਊਸ਼ਨ ਹੈ ਇਹ ਪੰਜਾਬ ਤੋਂ ਹੀ ਹੋ ਕੇ ਆਈ ਹੈ। ਕਿਸੇ ਨੇ ਮੈਨੂੰ ਵੀ ਦੱਸਿਆ ਕਿ ਇਹ ਜਿਹੜੀ ਡਿਸਟ੍ਰੀਬਿਊਸ਼ਨ ਕੀਤੀ ਹੈ ਜਿਨ੍ਹਾਂ ਨੇ, ਉਹਨਾਂ ਦਾ ਸੰਬੰਧ ਪੰਜਾਬ ਨਾਲ ਹੀ ਹੈ, ਉਹ ਸ਼੍ਰੋਮਣੀ ਅਕਾਲੀ ਲੀਡਰ ਪੰਜਾਬ ਦੇ ਹੀ ਹੈ। ਤੇ ਦੇਖੋ ਇਹਦੇ ਵਿੱਚ ਇਹ ਪਾਰਟੀ ਮੰਨੀ ਜਾਂਦੀ ਹੈ ਕਿ ਇਹ ਮੇਨ ਪਾਰਟੀ ਹੈ, ਦਿੱਲੀ ਦੀ ਬ੍ਰਾਂਡਡ ਪਾਰਟੀ ਹੈ। ਜੇ ਉਸਨੇ ਬੀਬੀਆਂ ਨੂੰ 33% ਦੱਸੋ, 33% ਵੀ ਨਹੀਂ ਦੇ ਸਕੇ ਸਾਨੂੰ। 46 ਸੀਟਾਂ ਟੋਟਲ 2 ਨੋਮੀਨੇਸ਼ਨ ਦੀਆਂ ਨੇ, 44 ਸੀਟਾਂ ਹੋ ਗਈਆਂ। ਉਹਦੇ ਵਿੱਚ 2 ਬੀਬੀਆਂ ਦੀਆਂ ਸੀਟਾਂ ਇਹਨਾਂ ਨੇ ਦਿੱਤੀਆਂ ਨੇ, ਜੋ ਮੈਨੂੰ ਕਨਫਰਮ ਹੋਇਆ ਹੈ।
ਇਹਦੇ ਵਿੱਚ ਤਾਂ ਇੱਕ ਵੀ ਨਹੀਂ ਹੋਈ। ਇਸ ਲਿਸਟ ਦੇ ਵਿੱਚ ਤਾਂ ਇੱਕ ਬੀਬੀ ਨਹੀਂ ਗੀ। ਤੁਸੀਂ ਦੇਖ ਲਓ 26 ਕੈਂਡੀਡੇਟਸ ਦੀਆਂ ਲਿਸਟ ਹੈ, ਇੱਕ ਇੱਕ ਕਰਕੇ ਇੱਕ ਇੱਕ ਕੈਂਡੀਡੇਟਸ ਦਾ ਨਾਮ ਹੈ, ਫੋਨ ਨੰਬਰ ਲਿਖੇ ਹੋਏ, ਵਾਰਡ ਨੰਬਰ ਵੀ ਲਿਖੇ ਹੋਏ ਨੇ, ਤੁਹਾਡੇ ਸਾਹਮਣੇ ਦੇਖੋ। ਬਟ ਇਹਦੇ ਵਿੱਚ ਇੱਕ ਵੀ ਲੇਡੀਜ਼ ਨਹੀਂ ਹੈਗੀ। ਦੇਖੋ ਅਸੀਂ ਔਰਤਾਂ ਨੂੰ ਦਰਜਾ ਦੇਣ ਦੀ ਗੱਲ ਕਰਦੇ ਹਾਂ। ਅਸੀਂ ਜੇ ਔਰਤ ਅੰਦੋਲਨ ਕਰ ਸਕਦੀ ਹੈ ਤਾਂ ਫਿਰ ਉਹਨੂੰ ਅਹੁਦੇ ਕਿਉਂ ਨਹੀਂ ਮਿਲ ਸਕਦੇ? ਜੇ ਔਰਤ ਪੜ੍ਹ ਸਕਦੀ ਹੈ, ਹੁਣ ਦਿੱਲੀ ਦੇ ਕਾਲਜ ਇਹਨਾਂ ਨੇ, ਮਾਤਾ ਸੁੰਦਰੀ ਕਾਲਜ ਇਹਨਾਂ ਦਾ ਕਾਲਜ ਦਿੱਲੀ ਸ਼੍ਰੋਮਣੀ ਕਮੇਟੀ ਦਾ ਕਾਲਜ ਹੈ, ਜੇ ਉੱਥੇ ਔਰਤਾਂ ਪੜ੍ਹਦੀਆਂ ਨੇ ਉਹਦਾ ਰਸ਼ ਸਭ ਤੋਂ ਜ਼ਿਆਦਾ ਹੁੰਦਾ ਹੈ। ਸ਼੍ਰੀ ਗੁਰੂ ਤੇਗ ਬਹਾਦਰ ਕਾਲਜ ਦਿੱਲੀ ਦੇ ਵਿੱਚ ਕਾਲਜ ਹੈ, ਉੱਥੇ ਔਰਤਾਂ ਸਭ ਤੋਂ ਵੱਧ ਪੜ੍ਹਦੀਆਂ ਨੇ, ਔਰਤਾਂ ਟੌਪ ਕਰ ਰਹੀਆਂ ਨੇ, UPSC ਦੀਆਂ ਵਿੱਚ ਟੌਪ ਕਰ ਰਹੀਆਂ ਨੇ, ਔਰਤਾਂ ਪਾਇਲਟ ਨੇ। ਤੇ ਫਿਰ ਇਹ ਛੋਟੀਆਂ ਛੋਟੀਆਂ ਜਿਹੜੀਆਂ ਧਾਰਮਿਕ ਸੰਸਥਾਵਾਂ, ਸੋਚੋ ਜਿਵੇਂ ਹੁਣ ਸ਼੍ਰੋਮਣੀ ਅਕਾਲੀ ਦਲ ਵਾਲੇ ਵੀ ਉੱਥੇ ਪ੍ਰਚਾਰ ਕਰਦੇ, ਪੰਜਾਬ 'ਚ ਵੀ ਕਰ ਰਹੇ ਨੇ, ਦਿੱਲੀ 'ਚ ਵੀ ਕਰ ਰਹੇ ਨੇ, ਵੀ ਇਹ ਅਸੀਂ ਧਾਰਮਿਕ ਸੰਸਥਾਵਾਂ ਬਰਾਬਰਤਾ ਦੀ ਗੱਲ ਕਰਦੀਆਂ ਨੇ। ਜਦੋਂ ਗੁਰਦੁਆਰਿਆਂ ਦੇ ਵਿੱਚੋਂ ਸਾਡੀ ਬਰਾਬਰਤਾ ਦੀ ਗੱਲ ਨਹੀਂ ਹੋ ਰਹੀ, ਸਾਨੂੰ ਬਰਾਬਰ ਦਰਜਾ ਨਹੀਂ, ਅਸੀਂ ਕਿੱਥੋਂ ਉਮੀਦ ਕਰ ਸਕਦੇ ਹਾਂ? ਮੈਨੂੰ ਪਹਿਲਾਂ ਤੁਸੀਂ ਇਹ ਦੱਸੋ ਵੀ ਅਸੀਂ ਕਿੱਥੋਂ ਉਮੀਦ ਕਰ ਸਕਦੇ ਹਾਂ? ਆਖਰ ਇਹ ਧਾਰਮਿਕ ਸੰਸਥਾਵਾਂ ਇਸ ਤਰ੍ਹਾਂ ਕਿਉਂ ਕਰਦੀਆਂ ਨੇ? ਸਾਡੀਆਂ ਔਰਤਾਂ ਨਾਲ ਇਹ ਕਿਉਂ ਕੀਤਾ ਜਾ ਰਿਹਾ? ਜਾਂ ਤਾਂ ਇਹਨਾਂ ਦਾ 33% ਰਿਜ਼ਰਵੇਸ਼ਨ ਹੀ ਕਰਦੇ ਨੇ। 33% ਤਾਂ ਬਹੁਤ ਘੱਟ, ਕਿਉਂਕਿ ਅਸੀਂ 48% ਆ ਉਸ ਹਿਸਾਬ ਨਾਲ। ਜਾਂ ਤਾਂ ਇਹ ਹੋਵੇ ਕਿ ਬੀਬੀ ਨੇ ਅੰਮ੍ਰਿਤ ਨਹੀਂ ਛਕਿਆ, ਬੀਬੀਆਂ ਨੇ ਅੰਮ੍ਰਿਤ ਨਹੀਂ ਛਕਿਆ, ਉਹ ਯੋਗ ਨਹੀਂ ਹੈਗੀਆਂ, ਸਾਨੂੰ ਇਹ ਕਹਿ ਦੇਣ। ਉਹਨਾਂ ਬੰਦਿਆਂ ਤੋਂ ਵੱਧ ਬੀਬੀਆਂ ਨੇ। ਬੀਬੀਆਂ ਦੀ ਗਿਣਤੀ ਤਾਂ ਅੰਮ੍ਰਿਤਧਾਰੀ ਵਿੱਚ ਜ਼ਿਆਦਾ ਬਣੀ ਜਾਂਦੀ, ਜ਼ਿਆਦਾ ਹੈ, ਆਲਰੇਡੀ ਹੈ ਡਾਟਾ। ਇਹ ਕੱਢ ਕੇ ਵੀ ਲਿਆ ਸਕਦੇ ਹੋ ਕੁਝ ਦਿਨਾਂ ਤੱਕ, ਕਿ ਜ਼ਿਆਦਾ ਵੀ ਉਹ ਯੋਗ ਨਹੀਂ ਹੈਗੀਆਂ, ਕਿਉਂਕਿ ਟਿਕਟਾਂ ਵੰਡਣ ਦੇ ਵਿੱਚ ਇਹ ਵੀ ਦੇਖਿਆ ਜਾਂਦਾ ਹੈ ਕਿ ਇਹ ਗੁਰਸਿੱਖ ਬੀਬੀ ਹੈ ਕਿ ਨਹੀਂ, ਕਿਉਂਕਿ ਧਾਰਮਿਕ ਸੰਸਥਾਵਾਂ ਦੀਆਂ ਵੋਟਾਂ ਹੋ ਰਹੀਆਂ ਨੇ। ਤੇ ਜੇ ਗੁਰਸਿੱਖ ਬੀਬੀਆਂ ਦੀ ਸੰਖਿਆ ਘੱਟ ਹੈ ਤੇ ਸਾਨੂੰ ਉਹ ਵੀ ਦੱਸੋ। ਫਿਰ ਜੇ ਐਵੇਂ ਦਾ ਉਹਨਾਂ ਨਾਲ ਇਨਜਸਟਿਸ ਹੋਏਗਾ, ਅੱਗੇ ਕੋਈ ਆਏਗਾ? ਅੱਗੇ 2-4 ਬੀਬੀਆਂ ਨਾਲ ਮੇਰੀ ਗੱਲ ਵੀ ਹੋਈ, ਉਹ ਕਹਿੰਦੀ ਉਹਨਾਂ ਨੇ ਹਮੇਸ਼ਾ ਐਂ ਕੀਤਾ ਹੈ। ਕਹਿੰਦੀ ਮੈਂ 2-4 ਵਾਰ ਉਹਨਾਂ ਨੇ ਕਿਹਾ, ਵੀ ਉਹਨਾਂ ਬੀਬੀ ਜੀ ਨਾਲ ਮੇਰੀ ਗੱਲਬਾਤ ਹੋਈ, ਉਹਨਾਂ ਨੇ ਕਿਹਾ ਵੀ ਅਸੀਂ 2-4 ਵਾਰ ਮੁੱਦਾ ਚੱਕਿਆ ਹੈ, ਬਟ ਕੁਝ ਨਹੀਂ ਬਣਿਆ। ਇਹ ਹਮੇਸ਼ਾ ਤੋਂ ਬੀਬੀਆਂ ਨੂੰ ਇਗਨੋਰ ਕਰਦੇ ਹੈ, ਈਵਨ ਕਿ ਅਪਮਾਨ ਕੀਤਾ ਜਾਂਦਾ ਬੀਬੀਆਂ ਦਾ। ਇਹ ਅਪਮਾਨ ਹੈ ਸਾਡਾ। ਮੈਂ ਜਦੋਂ ਮੈਂ ਇਹ ਲਿਸਟ ਦੇਖੀ, ਮੈਨੂੰ ਇਸ ਲਿਸਟ ਨੇ ਮੇਰੀ ਧਾਰਮਿਕ, ਜਿੱਥੋਂ ਸਾਡੇ ਬਾਬੇ ਨਾਨਕ ਦੇ ਫਲਸਫੇ ਦਾ ਪ੍ਰਚਾਰ ਹੁੰਦਾ ਹੋਵੇ, ਜਿੱਥੋਂ ਸਾਡੇ ਗੁਰੂ ਗੋਬਿੰਦ ਸਿੰਘ ਨੇ, ਜਿਹਨੇ ਬਰਾਬਰ ਅੰਮ੍ਰਿਤ ਬਾਟੇ ਦੇ ਵਿੱਚ ਬੀਬੀ ਤੇ ਭਾਈ ਨੂੰ ਬਰਾਬਰ ਦਾ ਦਰਜਾ ਦੇ ਕੇ ਅੰਮ੍ਰਿਤ ਸਿਖਾਇਆ ਹੋਵੇ, ਇੱਕੋ ਬਾਟੇ ਦੇ ਵਿੱਚ ਬਰਾਬਰਤਾ ਦੀ ਗੱਲ ਕੀਤੀ ਹੋਵੇ, ਤੇ ਇਹ ਸਾਨੂੰ ਉਹਨਾਂ ਧਾਰਮਿਕ ਸੰਸਥਾਵਾਂ ਤੋਂ ਵਿਦੇਸ਼ਾਂ ਵਿੱਚ ਪ੍ਰਚਾਰ ਜਾਂਦੇ ਹੋਣ, ਉਸ ਤੋਂ ਬਾਵਜੂਦ ਵੀ ਇਹ ਬੀਬੀਆਂ ਨੂੰ ਜਗ੍ਹਾ ਨਾ ਦੇਣ, ਬੀਬੀਆਂ ਨੂੰ ਜਗ੍ਹਾ ਨਾ ਦੇਣ। ਇਹ ਬਹੁਤ ਮੈਨੂੰ ਇਸ ਤੋਂ ਵੱਧ ਦੁੱਖ ਦੀ ਗੱਲ ਮੇਰੇ ਲਈ ਨਹੀਂ ਹੋ ਸਕਦੀ। ਮੈਂ ਮਨਜਿੰਦਰ ਸਿਰਸਾ ਜੀ ਦੀ ਬਹੁਤ ਰਿਸਪੈਕਟ ਕਰਦੀ ਹਾਂ। ਮੈਂ ਇਸ ਸਟੇਜ ਤੋਂ ਉਹਨਾਂ ਵਾਸਤੇ ਬੋਲ ਚੁੱਕੀ ਕਿ ਉਹਨਾਂ ਨੇ ਸਿੱਖਾਂ ਨੂੰ, ਉਹਨਾਂ ਨੇ ਕਿਸਾਨਾਂ ਨੂੰ ਛਡਾਉਣ ਦੇ ਵਿੱਚ ਜਿਹੜੀ ਅਹਿਮ ਰੋਲ ਅਦਾ ਕੀਤਾ ਹੈ। ਤੇ ਮੈਂ ਅੱਜ ਵੀ ਕਹਿੰਦੀ ਹਾਂ ਜੀ, ਉਹਨਾਂ ਨੂੰ ਉਹਨਾਂ ਦੇ ਇਸ ਪੱਖ ਤੋਂ ਮੈਂ ਉਹਨਾਂ ਦੀ ਸ਼ਲਾਘਾ ਕਰਦੀ ਹਾਂ, ਪ੍ਰਸ਼ੰਸਾ ਕਰਦੀ ਹਾਂ। ਬਟ ਦੂਸਰੀ ਤਰਫ ਇਹ ਔਰਤਾਂ ਦੇ ਘਾਣ ਦੀ ਗੱਲ ਮੈਂ ਬਰਦਾਸ਼ਤ ਨਹੀਂ ਕਰ ਸਕਦੀ। ਜੀ ਇਹਦੇ ਪਿੱਛੇ ਕਿੱਦਾਂ ਦੀ ਸੌੜੀ ਸੋਚ ਹੋ ਸਕਦੀ, ਇਹਦੇ ਕਾਰਨ ਕੀ ਹੋ ਸਕਦੇ ਆ? ਵਜ੍ਹਾ ਕੀ ਕਿ ਬੀਬੀਆਂ ਆਪਣੀ ਆਵਾਜ਼ ਸਹੀ ਢੰਗ ਨਾਲ ਨਹੀਂ ਉਠਾ ਸਕੀਆਂ, ਕਿ ਜਾਂ ਜਿਸ ਤਰ੍ਹਾਂ ਦੱਸਦੇ ਆ ਕਿ ਆਪਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਲਿਆ, ਜਾਂ ਜਿਹੜਾ ਕਮੇਟੀ ਨੂੰ ਪਿਛਲੇ ਲੰਬੇ ਸਮੇਂ ਤੋਂ, ਪਹਿਲਾਂ ਮਨਜੀਤ ਸਿੰਘ ਜੀਕੇ ਚਲਾਉਂਦਾ ਸੀ, ਹੁਣ ਮਨਜਿੰਦਰ ਸਿੰਘ ਸਿਰਸਾ ਚਲਾਉਂਦਾ, ਬੜੇ ਲੰਬੇ ਸਮੇਂ ਤੋਂ ਇਹ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਕਾਬਜ਼ ਧੜਾ ਆ। ਜੇ ਇਹ ਕਾਬਜ਼ ਧੜਾ ਆ ਜਿਹੜਾ ਹਰ ਵੇਲੇ ਮਤਲਬ ਕਹਿ ਸਕਦੇ ਆ ਵੀ ਬੀਬੀਆਂ ਦੀ ਇਸ ਗੱਲ ਦੀ ਸਟੇਜਾਂ ਤੋਂ ਪਹਿਰੇਦਾਰੀ ਕਰਦੇ ਵੀ ਅਸੀਂ ਬਰਾਬਰ ਦੇ ਰਹੇ ਹਾਂ, ਤੇ ਕਿਹੜੀ ਸੋਚ ਆ ਪਿੱਛੇ ਜਿਹੜੀ ਇਹ ਮਤਲਬ ਇੱਥੇ ਤੱਕ ਲੈ ਆਈ ਕਿ ਬੀਬੀਆਂ ਨੂੰ ਬਣਦਾ ਉਹਨਾਂ ਦਾ ਯੋਗਦਾਨ, ਹਿੱਸਾ, ਨੁਮਾਇੰਦਗੀ ਦਾ ਨਹੀਂ ਮਿਲਿਆ? ਮੇਨ ਕਾਰਨ ਤੇ ਇੱਕ ਹੀ ਸਮਝ ਚਾਹੁੰਦਾ ਕਿ ਮਰਦ ਨੂੰ ਪ੍ਰਧਾਨ ਕਰਨਾ ਚਾਹੁੰਦੇ ਨੇ। ਹੋਰ ਕਿਉਂਕਿ ਕਾਬਲ ਹੈਗੀਆਂ ਬੀਬੀਆਂ, ਗੁਰਸਿੱਖ ਬੀਬੀਆਂ ਹੈਗੀਆਂ, ਪੜ੍ਹੀਆਂ ਲਿਖੀਆਂ ਬੀਬੀਆਂ ਹੈਗੀਆਂ। ਮੈਨੇਜਮੈਂਟ ਦੇ ਵਿੱਚ ਵੀ ਤੁਸੀਂ ਜਾ ਕੇ ਅਗਰ ਮੈਨੇਜਮੈਂਟ ਡਿਗਰੀਆਂ ਦੇ ਵਿੱਚ ਵੀ ਦੇਖੇ, ਜੇ ਬੀਬੀਆਂ ਜ਼ਿਆਦਾ ਨੇ ਗੁਰਦੁਆਰੇ, ਇਹ ਕਮੇਟੀ ਦਾ ਮਤਲਬ ਕੀ ਕਿ ਗੁਰਦੁਆਰੇ ਦੀ ਮੈਨੇਜਮੈਂਟ ਕਰਨੀ, ਜਿੱਦਾਂ ਘਰ ਚੱਲਦਾ। ਔਰਤਾਂ ਸਾਡੇ ਦੇਸ਼ ਦੇ ਵਿੱਚ 90% ਔਰਤਾਂ ਨੇ ਜਿਹੜੀਆਂ ਘਰ ਮੈਨੇਜਮੈਂਟ ਕਰਦੀਆਂ, 10% ਚਲੋ ਛੱਡ ਦੋ। ਹਾਲਾਂਕਿ ਮੈਂ ਇਹ ਨਹੀਂ ਕਹਿਣਾ ਚਾਹੁੰਦੀ ਕਿ ਮਰਦ ਨਹੀਂ ਕਰਦੇ, ਉਹ ਵੀ ਕਰਦੇ ਨੇ, ਬਟ ਬੀਬੀਆਂ ਤੁਸੀਂ ਦੇਖਿਆ ਹੋਣਾ ਸਾਡੇ ਘਰਾਂ ਦੇ ਵਿੱਚ ਸਾਰਾ ਮੈਨੇਜਮੈਂਟ ਦਾ ਸਿਸਟਮ ਬੀਬੀਆਂ ਕਰ ਰਹੀਆਂ ਨੇ। ਤੇ ਗੁਰਦੁਆਰੇ ਦਾ ਮੈਨੇਜਮੈਂਟ ਦਾ ਸਿਸਟਮ ਕਿਉਂ ਨਹੀਂ ਬੀਬੀਆਂ ਕਰ ਸਕਦੀਆਂ? ਉਹਨਾਂ ਨੂੰ ਕਾਬਲ ਨਹੀਂ ਸਮਝਿਆ ਜਾ ਰਿਹਾ। ਇਹ ਇੱਕ ਸਾਜ਼ਿਸ਼ ਹੋ ਸਕਦੀ ਹੈ। ਮੈਂ ਤਾਂ ਇਹ ਕਹਾਂਗੀ ਕਿ ਮੈਨੂੰ ਤਾਂ ਇਹ ਸਾਜ਼ਿਸ਼ ਲੱਗਦੀ ਹੈ ਕਿ ਬੀਬੀਆਂ ਨੂੰ ਅੱਗੇ ਆਉਣ ਹੀ ਨਾ। ਜਿਹੜੀ ਕੋਈ ਉਹਨਾਂ ਨੇ ਕਿਹਾ ਵੀ ਮੈਂ 1-2 ਵਾਰ ਆਵਾਜ਼ ਉਠਾਈ ਹੈ ਤੇ ਮੈਨੂੰ ਕਦੇ ਵੀ ਮੈਨੂੰ ਬਲਕਿ ਇਗਨੋਰ ਕੀਤਾ ਗਿਆ, ਹੋਰ ਜ਼ਿਆਦਾ ਇਗਨੋਰ ਕੀਤਾ ਗਿਆ, ਹੋਰ ਜ਼ਿਆਦਾ ਸਾਈਡ ਤੇ ਕੀਤਾ ਗਿਆ। ਮੇਰੀ ਇੱਕ ਬੀਬੀ ਜੀ ਨਾਲ ਗੱਲਬਾਤ ਹੋਈ, ਮੈਂ ਉਹਨਾਂ ਦਾ ਨਾਂ ਨਹੀਂ ਲੈਣਾ ਚਾਹੁੰਦੀ, ਮੈਂ ਕਿ ਸੋਚਦੀ ਹਾਂ ਕਿ ਉਹਨਾਂ ਨੂੰ ਹੋਰ ਅੱਗੇ ਪ੍ਰੋਬਲਮ ਆ ਸਕਦੀ, ਕਿਉਂਕਿ ਉਹ 1-2 ਹੀ ਬੰਦੇ ਆਵਾਜ਼ ਉਠਾ ਰਹੇ ਨੇ ਤੇ ਉਹਨਾਂ ਦੇ ਨਾਲ ਇਹ ਪ੍ਰੋਬਲਮ ਲਗਾਤਾਰ ਪ੍ਰੋਬਲਮ ਆ ਰਹੀਆਂ। ਉਹਨਾਂ ਨੇ ਕਿਹਾ ਵੀ ਤੁਸੀਂ ਜੀਕੇ ਧੜੇ ਦੀ ਗੱਲ ਕੀਤੀ, ਉਹਨਾਂ ਨੇ ਤਾਂ ਔਰਤ ਦੀ ਕਦੇ ਕਦਰ ਕੀਤੀ ਨਹੀਂ, ਕਿਉਂਕਿ ਜੇ ਔਰਤ ਦੀ ਕਦਰ ਕੀਤੀ ਹੁੰਦੀ, ਅੱਜ ਔਰਤ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ 'ਚ ਆਹ ਪੋਜੀਸ਼ਨ ਹੁੰਦੀ,
ਆਹ ਪੋਜੀਸ਼ਨ ਹੁੰਦੀ। ਪਿਛਲੀ ਵਾਰ ਇਹਨਾਂ ਨੇ ਬੀਬੀ ਰਣਜੀਤ ਕੌਰ ਨੂੰ ਨੋਮੀਨੇਸ਼ਨ ਦੇ ਥਰੂ ਉਹਨਾਂ ਨੇ ਵਾਈਸ ਪ੍ਰੈਜ਼ੀਡੈਂਟ ਬਣਾਇਆ ਹੋਇਆ ਹੈ। ਵਾਈਸ ਪ੍ਰੈਜ਼ੀਡੈਂਟ ਬੀਬੀ ਹੈ ਇਹਨਾਂ ਦੀ, ਉਹ ਵੀ ਨੋਮੀਨੇਸ਼ਨ ਦੇ ਥਰੂ। ਲੇਕਿਨ ਇੱਕ ਹੀ ਬੀਬੀ ਨੂੰ ਹੁਣ ਉਸੇ ਬੀਬੀ ਨੂੰ ਟਿਕਟ ਦਿੱਤੀ, ਕੋਈ ਨਵਾਂ ਬੰਦਾ ਨਹੀਂ ਆਇਆ, ਉਸੇ ਬੀਬੀ ਨੂੰ ਉਹਨਾਂ ਨੇ ਟਿਕਟ ਦਿੱਤੀ ਇਸ ਵਾਰ। ਤੇ ਕੋਈ ਨਵੀਂ ਲੇਡੀਜ਼ ਤੋਂ ਨਹੀਂ ਲੈਂਦੀਆਂ ਨਾ ਇਹਨਾਂ ਨੇ, ਮਤਲਬ ਕਿ ਇਹਨਾਂ ਦੀ ਜਿਹੜੀ ਦਲ ਨੇ ਉਹਦੇ ਵਿੱਚ ਬੀਬੀਆਂ ਕਾਰਿਆਕਰਤਾ ਨੇ, ਉਹਨਾਂ ਨੂੰ ਇਗਨੋਰ ਕੀਤਾ ਗਿਆ। ਸੇਵਾ ਕਰ ਸਕਦੇ, ਭਾਂਡੇ ਮਾਂਜ ਸਕਦੇ ਆ, ਝਾੜੂ ਲਾ ਸਕਦੇ ਸਾਰੇ। ਗੱਲ ਤੇ ਇਹ ਆ ਵੀ ਜਦੋਂ ਕਿਤੇ ਨੁਮਾਇੰਦਗੀ ਦੀ ਗੱਲ ਆਉਣੀ ਆ, ਪ੍ਰਧਾਨਗੀ ਨੇ ਗੱਲਾਂ ਆਉਣ, ਉਦੋਂ ਨਹੀਂ ਨੇੜੇ ਲੱਗਣ ਦੇਣਾ। ਹਾਂ, ਉਦੋਂ ਨਹੀਂ ਨੇੜੇ ਲੱਗਣ ਦਿੰਦੇ। ਉਦੋਂ ਕੋਈ ਮੇਰੇ ਵਰਗਾ ਬੱਚਾ ਆਵਾਜ਼ ਉਠਾਉਂਦਾ ਉਹਨੂੰ ਖੂੰਜਾ ਕਰਦੇ ਨੇ, ਉਹਦਾ ਵਿਰੋਧ ਕਰਦੇ ਨੇ। ਗੁਰਸਿੱਖ ਹੋ ਕੇ ਇੱਕ ਬੱਚੇ ਦਾ ਵਿਰੋਧ ਕਰਨਾ ਕਿੱਥੋਂ ਤੱਕ ਜਸਟਿਸ ਕਿ ਵੀ ਇਹ ਕੁੜੀਆਂ ਦੀ ਆਵਾਜ਼ ਕਿਉਂ ਉਠਾਉਂਦੀ? ਕਿਉਂਕਿ ਮੈਂ ਲਿਸਟ ਮੰਗੀ ਉਹਨਾਂ ਦੇ ਗਰੁੱਪਾਂ ਤੋਂ, ਉਹਨਾਂ ਨੇ ਮੈਨੂੰ ਨਹੀਂ ਦਿੱਤੀ। ਇਸ ਕਰਕੇ ਨਹੀਂ ਦਿੱਤੀ ਕਿਉਂਕਿ ਇਹ ਆਵਾਜ਼ ਉਠਾਏਗੀ। ਬਤੌਰ ਔਰਤ ਇੱਕ ਤੁਸੀਂ ਦੇਖਦੇ ਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹਰਸਿਮਰਤ ਕੌਰ ਬਾਦਲ ਜਿਹੜੀ ਆ, ਉਹ ਤਾਂ ਐਮਪੀ ਵੀ ਆ ਬਠਿੰਡਾ ਤੋਂ, ਤੇ ਦਿੱਲੀ ਦੇ ਵਿੱਚ ਪਿਛਲੇ ਕਹਿ ਸਕਦੇ ਮੋਦੀ ਸਰਕਾਰ ਦੇ ਵਿੱਚ ਮੰਤਰੀ ਵੀ ਰਹੀ ਆ। ਦਿੱਲੀ ਦੇ ਵਿੱਚ ਕਾਫੀ ਪਕੜਿਆ ਔਰ ਜ਼ਿਆਦਾ ਉਹਦਾ ਰਹਿਣ ਵੀ ਜਿਹੜਾ ਉਹ ਦਿੱਲੀ ਦੇ ਵਿੱਚ ਹੀ ਆ। ਤੇ ਬਤੌਰ ਔਰਤ ਤੁਸੀਂ ਕੀ ਆਸ ਰੱਖਦੇ ਵੀ ਹਰਸਿਮਰਤ ਕੌਰ ਨੂੰ ਤੇ ਇਹ ਆਵਾਜ਼ ਉਠਾਣੀ ਚਾਹੀਦੀ ਸੀ ਕਿ ਨਹੀਂ? ਬਿਲਕੁਲ ਬਿਲਕੁਲ, ਉਹਨਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਸੀ। ਮੈਂ ਆਸ ਨਹੀਂ, ਮੈਨੂੰ ਸਗੋਂ ਮੈਂ ਜਦੋਂ ਦੇਖਿਆ ਕਿ ਕਿਸੇ ਦੀ ਆਵਾਜ਼ ਹੀ ਨਹੀਂ ਆਈ ਮੀਡੀਆ ਦੇ ਵਿੱਚ, ਮੈਨੂੰ ਇੰਨਾ ਦੁੱਖ ਹੋਇਆ। ਮੈਂ ਤਾਂ ਉਮੀਦ ਕਰ ਰਹੀ ਸੀ ਵੀ ਪਹਿਲੀ ਗੱਲ ਤਾਂ ਮੇਰੀ ਇਹੀ ਉਮੀਦ ਸੀ ਕਿ ਮਨਜਿੰਦਰ ਸਿਰਸਾ ਜੀ ਔਰ ਉਹਨਾਂ ਦਾ ਗਰੁੱਪ ਜਾਂ ਜੀਕੇ ਗਰੁੱਪ ਜਾਂ ਸਰਨਾ ਗਰੁੱਪ, ਇਹ ਸਾਰੇ ਆਪਣੀਆਂ ਟਿਕਟਾਂ ਦੇ ਵਿੱਚ ਬੀਬੀਆਂ ਨੂੰ ਥਾਂ ਦੇਣਗੇ। ਨਹੀਂ ਤਾਂ ਉਹ ਅੰਦੋਲਨ ਤੋਂ ਸਿੱਖਣਗੇ। ਇੱਥੇ ਵੀ ਤਾਂ ਬੀਬੀਆਂ ਲੀਡ ਕਰ ਰਹੀਆਂ ਨੇ, ਅਗਵਾਈ ਕਰ ਰਹੀਆਂ ਨੇ, ਇੱਥੇ ਬੀਬੀਆਂ ਬੈਠੀਆਂ ਹੋਈਆਂ ਲਗਾਤਾਰ, ਤੇ ਉਹਨਾਂ ਨੇ ਇਹਨੇ ਤੋਂ ਵੀ ਨਹੀਂ ਸਿੱਖਿਆ। ਫਿਰ ਮੈਂ ਸੋਚਿਆ ਕਿ ਪੰਜਾਬ ਦੀ ਭਲਾਈ ਦੀ ਗੱਲ ਕਰਨ ਵਾਲੇ, ਔਰਤ ਦੀ ਭਲਾਈ ਦੀ ਗੱਲ ਕਰਨ ਵਾਲੀ ਜਿਹੜੀ ਕਿ ਬੀਬੀ ਹਰਸਿਮਰਤ ਕੌਰ ਬਾਦਲ, ਜਿਨ੍ਹਾਂ ਨੇ ਹਮੇਸ਼ਾ ਕਿਹਾ ਕਿ ਮੈਂ ਔਰਤ ਦੀ ਗੱਲ ਕਰਦੀ ਹਾਂ, ਉਹਨਾਂ ਦੀ ਇੱਕ ਆਵਾਜ਼ ਨਹੀਂ ਆਈ ਇਸ ਚੀਜ਼ ਨੂੰ ਲੈ ਕੇ। ਉਹਨਾਂ ਨੇ ਤਾਂ ਡਿਸਟ੍ਰੀਬਿਊਟ ਕੀਤਾ ਹੈ, ਉਹਦੇ ਵਿੱਚ ਇਹੀ ਤਾਂ ਭਾਗੀਦਾਰ ਡਿਸਟ੍ਰੀਬਿਊਟ ਕਰਨ ਦੇ ਵਿੱਚ। ਟਿਕਟਾਂ ਦਾ ਡਿਸਟ੍ਰੀਬਿਊਸ਼ਨ ਹੀ ਉਹਨਾਂ ਦੇ ਹੱਥੋਂ ਹੋਇਆ ਹੈ, ਮੈਨੂੰ ਤਾਂ ਇਹ ਲੱਗਦਾ। ਤੇ ਜੇ ਉਹ ਔਰਤ ਨੂੰ ਇਗਨੋਰ ਕਰਦੇ, ਇੱਕ ਔਰਤ ਹੋ ਕੇ ਔਰਤ ਨੂੰ ਇਗਨੋਰ ਕਰਦੇ ਨੇ, ਇਹ ਜੇ ਸੰਸਦ ਦੇ ਵਿੱਚ ਸਾਡੀ ਆਵਾਜ਼ ਉਹਨਾਂ ਨੇ ਚੱਕੀ ਹੁੰਦੀ ਤੇ ਔਰਤ ਦੀ ਅੱਜ ਇਹ ਪੋਜੀਸ਼ਨ ਹੁੰਦੀ। ਗੁਰਜੀਤ, ਜਿੱਦਾਂ ਕਿ ਲੱਗਦਾ ਕਿ ਜਿੱਦਾਂ ਆਪਾਂ ਜਨਰਲ ਇਲੈਕਸ਼ਨ ਜਿਹੜੀਆਂ ਐਮਪੀ ਐਮਐਲਏ ਦੀਆਂ ਹੁੰਦੀਆਂ ਜਾਂ ਹੋਰ ਹੁੰਦੀਆਂ, ਜੇ ਸੰਵਿਧਾਨ ਮੁਤਾਬਕ ਉਹਨਾਂ ਲਈ ਵੀ ਔਰਤ ਲਈ ਰਾਖਵਾਂਕਰਨ ਨਾ ਹੋਵੇ ਤੇ ਸ਼ਾਇਦ ਉੱਥੇ ਵੀ ਔਰਤਾਂ ਤੇ ਕਦੀ ਪੈਰ ਨਾ ਲੱਗਣ ਦੇਣ ਇਹ ਸਮਾਜ ਜਿਹੜਾ। ਬਿਲਕੁਲ ਬਿਲਕੁਲ ਵੀ ਉੱਥੇ ਰਾਖਵਾਂਕਰਨ ਹੈ ਨਹੀਂ। ਵੈਸੇ 33% ਦੀ ਗੱਲ ਕਰਦੀਆਂ ਨੇ, 33% ਇੱਕ ਜ਼ੁਬਾਨੀ ਤੌਰ ਤੇ ਮਤਲਬ ਮਤਾ ਪਾਸ ਹੋਇਆ ਹੈ ਸੰਸਦ ਵੱਲੋਂ ਕਹਿ ਲਓ ਜਾਂ ਸਰਕਾਰਾਂ ਵੱਲੋਂ ਕਹਿ ਲਓ ਕਿ 33% ਔਰਤਾਂ ਨੂੰ ਦਿੱਤਾ ਜਾਵੇ, ਬਟ ਨਹੀਂ ਹੈਗੀਆਂ, ਉੱਥੇ ਵੀ ਨਹੀਂ ਹੈਗੀਆਂ। ਕੁਛ 2-4 ਬੀਬੀਆਂ ਦੇ ਫੇਸ ਨੂੰ ਛੱਡ ਦਿੱਤਾ ਜਾਵੇ। ਪੰਜਾਬ ਦੇ ਵਿੱਚ ਪੰਜਾਬ ਦੀਆਂ ਜਿੰਨੀਆਂ ਸਿਆਸੀ ਪਾਰਟੀਆਂ ਨੇ, ਮੈਂ ਆਮ ਆਦਮੀ ਪਾਰਟੀ ਦੀ ਪੋਜੀਸ਼ਨ ਮੈਨੂੰ ਨਹੀਂ ਪਤਾ ਇਸ ਟੌਪਿਕ ਤੇ, ਲੇਕਿਨ ਦੂਜੀਆਂ 2 ਰਾਜਨੀਤਿਕ ਪਾਰਟੀਆਂ ਜਿਹੜੀਆਂ ਕਿ ਬਹੁਤ ਵੱਡੀਆਂ ਪਾਰਟੀਆਂ ਨੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸ਼ੁਰੂ ਤੋਂ ਰਾਜ ਕੀਤਾ ਹੈ, ਤੇ ਉਹਨਾਂ ਦੇ ਵਿੱਚ ਔਰਤ ਦੀ ਪੋਜੀਸ਼ਨ ਉਹ ਨਹੀਂ ਹੈਗੀ। 33% ਤਾਂ ਹੈ ਹੀ ਨਹੀਂ ਔਰਤਾਂ। ਮੈਂ ਦਰੁਸਤ ਕਰਦਾ ਆਪਣੇ ਇਸ ਸਵਾਲ ਨੂੰ, ਜਿੱਦਾਂ ਕਿ ਆਪਣੀਆਂ ਪੰਚਾਇਤੀ ਸੰਸਥਾਵਾਂ, ਨਗਰ ਪੰਚਾਇਤਾਂ, ਨਗਰ ਕੌਂਸਲਾਂ, ਇਹਨਾਂ ਵਿੱਚ ਰਿਜ਼ਰਵੇਸ਼ਨ ਔਰਤਾਂ ਦੀ ਸਰਕਾਰ ਵੱਲੋਂ ਤੈਅ ਹੋ ਕੇ ਆਉਂਦੀ ਆ। ਜੇ ਇੱਥੇ ਨਾ ਹੋਵੇ ਤਾਂ ਇੱਥੇ ਵੀ ਕਦੀ ਸ਼ਾਇਦ ਨਹੀਂ ਔਰਤ ਨੂੰ ਮੌਕਾ ਮਿਲੇ। ਬਿਲਕੁਲ ਬਿਲਕੁਲ ਬਿਲਕੁਲ, ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਤੁਸੀਂ ਦੇਖੋਗੇ ਕਿ ਇਹ ਸੰਸਥਾਵਾਂ ਨੂੰ ਰਾਈਟਸ ਹੈ ਨਹੀਂਗੇ, ਇਹਨਾਂ ਸੰਸਥਾਵਾਂ ਨੂੰ ਰਾਈਟਸ ਹੀ ਨਹੀਂ ਹੈਗੇ ਕਿ ਕੋਈ ਗੱਲ ਕਰ ਸਕਦੇ। ਇਹ ਉਹ ਉੱਥੇ ਵੀ ਉਹਨਾਂ ਦੇ ਪਤੀ ਕਰਦੇ ਨੇ, ਔਰ ਡਿਸੀਜਨ ਮੇਕਿੰਗ ਆਲਰੇਡੀ ਜਿਹੜੀਆਂ ਪੰਚਾਇਤਾਂ ਹੁੰਦੀਆਂ ਨੇ ਜਾਂ ਮਿਊਨਿਸਪਲ ਕਾਰਪੋਰੇਸ਼ਨ, ਉਹਨਾਂ ਕੋਲ ਫੰਡ ਹੀ ਨਹੀਂ, ਉਹਨਾਂ ਦੀ ਕੋਈ ਪਾਵਰ ਹੀ ਨਹੀਂ, ਸੰਵਿਧਾਨਿਕ ਪਾਵਰ ਉਹਨਾਂ ਦੀ ਜ਼ੀਰੋ ਹੈ, ਉਹਨਾਂ ਦੇ ਕੋਲ ਕੋਈ ਪਾਵਰ ਹੀ ਨਹੀਂ ਹੈ। ਭਾਵੇਂ ਅਸੀਂ ਕਹਿੰਦੇ ਹਾਂ ਕਿ ਸਾਡਾ ਦੇਸ਼ ਫੈਡਰਲਿਜ਼ਮ ਕਨਸੈਪਟ ਤੇ ਆਧਾਰਿਤ ਹੈ ਜਾਂ ਇੱਥੇ ਵਿਕੇਂਦਰੀਕਰਨ ਹੈ। ਵਿਕੇਂਦਰੀਕਰਨ ਦਾ ਮਤਲਬ ਤੁਸੀਂ ਸਮਝਦੇ ਹੋਵੋਗੇ ਕਿ ਇੱਥੇ ਡੀਸੈਂਟਰਲਾਈਜੇਸ਼ਨ ਹੈ, ਵੀ ਪੰਚਾਇਤਾਂ ਵੀ ਹੈ, ਸਰਕਾਰਾਂ ਨੇ, ਸੈਂਟਰ ਨੇ, ਸਟੇਟਾਂ ਨੇ, ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ। ਬਟ ਪੰਚਾਇਤ ਡਿਸਟ੍ਰਿਕਟ ਲੈਵਲ ਦੀਆਂ ਜਿੰਨੀਆਂ ਵੀ ਪੋਲੀਟੀਕਲ ਸੰਸਥਾਵਾਂ ਨੇ, ਡਿਸਟ੍ਰਿਕਟ ਲੈਵਲ ਤੱਕ ਦੀਆਂ, ਮਿਊਨਿਸਪਲ ਕਾਰਪੋਰੇਸ਼ਨ ਕਹਿ ਲਓ, ਪੰਚਾਇਤਾਂ ਕਹਿ ਲਓ, ਉਹਨਾਂ ਕੋਲ ਪਾਵਰ ਨਹੀਂ ਹੈਗੀ, ਸੰਵਿਧਾਨਿਕ ਵੀ ਹੈ ਨਹੀਂ, ਗੈਰ ਸੰਵਿਧਾਨਿਕ ਪਾਵਰਾਂ ਵੀ ਹੈ ਨਹੀਂ। ਉੱਥੇ ਵੀ ਹੁਣ ਮੈਂ ਇਸ ਗੱਲ ਤੇ ਆਉਂਦੀ ਹਾਂ ਕਿ ਉੱਥੇ ਵੀ ਉਹਨਾਂ ਦੀ ਵਰਕਿੰਗ ਹੈ ਜਿਹੜੀ, ਬਸ ਉਹਨਾਂ ਦਾ ਨਾਮ ਹੈ, ਇੱਕ ਨਾਮ, ਬਸ ਨਾਮ ਭਰਤਾ, ਕੰਮ ਉਹਨਾਂ ਦੇ ਹਸਬੈਂਡ ਕਰਦੇ ਨੇ, ਕੰਮ ਉਹਨਾਂ ਦਾ ਸਹੁਰਾ ਹੀ ਕਰ ਰਿਹਾ ਆਲਰੇਡੀ, ਨੋ ਸਰਪੰਚ ਹੈ, ਸਹੁਰਾ ਕਰ ਰਿਹਾ ਕੰਮ ਆਲਰੇਡੀ। ਹਾਂ, ਸਾਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਹੈ? ਅਸੀਂ ਪੜ੍ਹ ਲਿਖ ਗਏ, ਅਸੀਂ 21ਵੀਂ ਸਦੀ ਦੇ ਸਟੂਡੈਂਟ ਹਾਂ, ਅਸੀਂ 21ਵੀਂ ਸਦੀ ਦੇ ਲੋਕ ਹਾਂ, ਜਿੱਥੇ ਅਸੀਂ ਐਗਜ਼ਾਮਪਲਾਂ ਦਿੰਦੇ ਹਾਂ ਦੂਜੇ ਦੇਸ਼ਾਂ ਦੀਆਂ, ਅਸੀਂ ਕਿਉਂ ਨਹੀਂ ਸੁਧਾਰ ਕਰ ਸਕਦੇ? ਅਸੀਂ ਐਗਜ਼ਾਮਪਲਾਂ ਦੇ ਰਹੇ ਹਾਂ ਅਮਰੀਕਾ ਦੀਆਂ, ਕੈਨੇਡਾ ਦੀਆਂ, ਉੱਥੇ ਦੇਖੋ ਜਾ ਕੇ ਕਿੰਨਾ ਮਤਲਬ ਕੁਛ ਔਰਤ ਨੂੰ ਲੈ ਕੇ ਕਿੰਨਾ ਸੁਧਾਰ ਹੋ ਰਿਹਾ। ਸਾਡੇ ਦੇਸ਼ ਜਿਹੜਾ ਬੰਦਾ ਗੱਲ ਕਰਦਾ ਉਹਨੂੰ ਖੂੰਜੇ ਕਰਦੇ ਨੇ, ਕਿਉਂ? ਕਿਉਂਕਿ ਉਹ ਸੋਚਦੇ ਨੇ ਵੀ ਔਰਤ ਦੀ ਗੱਲ ਇਹਨੇ ਕਿਉਂ ਕਰਤੀ। ਮੈਂ ਇੱਥੇ ਤੁਹਾਨੂੰ ਇੱਥੇ ਇੱਕ ਗੱਲ ਕਲੀਅਰ ਕਰਨਾ ਚਾਹੁੰਦੀ ਹਾਂ, ਮੈਂ ਇੱਥੇ ਸਮਾਜ ਦੇ ਵਿੱਚ ਵਖਰੇਵਾਂ ਨਹੀਂ ਚਾਹੁੰਦੀ ਕਿ ਔਰਤ ਲੱਗ ਗਏ ਤੇ ਮਰਦ ਲੱਗ ਗਏ। ਮੈਂ ਇਹ ਚਾਹੁੰਦੀ
ਇਹ ਇੱਕ ਦੂਸਰੇ ਦੇ ਪੂਰਕ ਨੇ ਤੇ ਸਾਨੂੰ ਸਾਡੇ ਬਰਾਬਰ ਬਣਦੇ ਅਧਿਕਾਰ ਮਿਲਣੇ ਚਾਹੀਦੇ ਨੇ। ਅਗਰ ਨਹੀਂ ਮਿਲਣਗੇ ਤਾਂ ਮੈਨੂੰ ਲੱਗਦਾ ਕਿ ਇਸ ਅੰਦੋਲਨ ਤੋਂ ਬਾਅਦ ਇੱਕ ਹੋਰ ਕ੍ਰਾਂਤੀ ਹੋਏਗੀ। ਗੁਰਜੀਤ, ਤੁਸੀਂ ਮੈਨੂੰ ਤਾਂ ਗੱਲ ਕੀਤੀ ਕੈਨੇਡਾ ਅਮਰੀਕਾ ਦੀ, ਜਿਸ ਤਰ੍ਹਾਂ ਆਪਾਂ ਸਿੱਖ ਧਰਮ ਨੂੰ ਨਵੀਨਤਮ ਧਰਮ ਮੰਨਦੇ ਹਾਂ ਮੁਕਾਬਲੇ ਹਿੰਦੂ ਧਰਮ ਦੇ ਜਾਂ ਮੁਸਲਿਮ ਧਰਮ ਦੇ, ਵੀ ਜਿੰਨੀਆਂ ਉਹਨਾਂ ਧਰਮਾਂ ਦੇ ਵਿੱਚ ਕਮੀਆਂ ਪੇਸ਼ੀਆਂ ਸੀ ਸਾਡੇ ਗੁਰੂ ਮਹਾਰਾਜਾਂ ਨੇ ਉਹ ਸਾਰੀਆਂ ਜਿਹੜੀਆਂ ਰੋਹ ਰੀਤਾਂ ਕੋਈ ਜ਼ਿਆਦਾ ਅਹਿਮ ਨਹੀਂ ਸੀ, ਸਾਡੇ ਸਮਾਜ 'ਚ ਪਾੜਾ ਵਧਾਉਂਦੀਆਂ ਸੀ। ਔਰਤ ਦੀ ਰਿਸਪੈਕਟ ਉਹਨਾਂ ਧਰਮਾਂ ਦੇ ਵਿੱਚ ਸਾਡੇ ਧਰਮ ਨਾਲੋਂ ਘੱਟ ਸੀ। ਵਧੀਆ ਧਰਮ ਸਾਡੇ ਗੁਰੂਆਂ ਨੇ ਸਾਨੂੰ ਦਿੱਤਾ, ਸਾਡਾ ਪ੍ਰਚਾਰ ਵੀ ਇੱਥੇ ਹੋਇਆ, ਸਭ ਕੁਝ ਹੋਇਆ, ਪਰ ਇਹਦਾ ਅਸਰ ਸਾਨੂੰ ਲੱਗਦਾ ਆ ਕਿ ਅਮਰੀਕਾ ਕੈਨੇਡਾ ਜਾਂ ਹੋਰ ਯੂਰਪੀਅਨ ਦੇਸ਼ਾਂ 'ਚ ਜ਼ਿਆਦਾ ਆ। ਸਾਡੇ ਉਹੀ ਹਾਲਾਤ ਹਜੇ ਵੀ। ਹਾਂਜੀ, ਬਿਲਕੁਲ ਬਿਲਕੁਲ ਉਹੀ ਗੱਲ ਬਾਬੇ ਨਾਨਕ ਨੇ ਵੀ ਸ਼ੁਰੂ ਕੀਤੀ। ਬਾਬੇ ਨਾਨਕ ਨੇ ਵੀ ਔਰਤ ਨੂੰ ਉੱਚਾ ਦਰਜਾ ਦਿੱਤਾ। ਉਵੇਂ ਗੱਲ ਤੁਰਦੀ ਤੁਰਦੀ ਕ੍ਰਾਂਤੀਕਾਰੀ ਸਾਡੇ 10 ਗੁਰੂਆਂ ਨੇ ਸਾਨੂੰ ਬਹੁਤ ਅੱਛਾ ਦਰਜਾ ਦੇ ਕੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਾਡੀ ਪੋਜੀਸ਼ਨ ਬਹੁਤ ਉੱਚੇ ਜੋ ਲਿਖੀ ਹੋਈ ਹੈ, ਬਟ ਫਿਰ ਵੀ ਸਾਨੂੰ ਬਣਦੇ ਰਾਈਟ ਨਹੀਂ ਦਿੱਤੇ ਗਏ। ਇਹਦਾ ਅਸਰ ਤੁਸੀਂ ਦੱਸਿਆ ਵੀ, ਜਿਵੇਂ ਤੁਸੀਂ ਦੱਸਿਆ, ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਕਿ ਇਹਦਾ ਅਸਰ ਦੂਸਰੇ ਦੇਸ਼ਾਂ ਵਿੱਚ ਵੱਧ ਸਾਨੂੰ ਆਪਣੇ ਦੇਸ਼ ਵਿੱਚ ਇਗਨੋਰ ਕੀਤਾ ਜਾ ਰਿਹਾ। ਸਾਨੂੰ ਆਪਣੇ ਦੇਸ਼ ਕੀ ਸਾਡੀਆਂ ਧਾਰਮਿਕ ਸੰਸਥਾਵਾਂ ਜਿੱਥੇ ਪ੍ਰਚਾਰ ਹੁੰਦਾ ਧਰਮ ਦਾ, ਜਿੱਥੇ ਸਿੱਖੀ ਫਲਸਫੇ ਦਾ ਪ੍ਰਚਾਰ ਹੁੰਦਾ, ਉੱਥੇ ਸਾਡੀ ਕੋਈ ਪੋਜੀਸ਼ਨ ਨਹੀਂ, ਜ਼ੀਰੋ ਮੈਂ ਕਹਾਂਗੀ। 2-3 ਅਗਰ 44 ਦੇ ਵਿੱਚ ਨੋਮੀਨੇਸ਼ਨ ਅਗਰ ਮਿਲਦਾ, 2-3 ਅਗਰ ਔਰਤਾਂ ਨੂੰ ਅੱਗੇ ਰੱਖਿਆ ਜਾਂਦਾ, 2-3 ਬੀਬੀਆਂ ਨੂੰ, ਤੇ ਉਹ ਤਾਂ ਜ਼ੀਰੋ। ਤੇ ਉੱਥੇ ਵੀ ਸਾਡੀ ਕੋਈ ਖਾਸ ਵੈਲਿਊ ਹੈ ਨਹੀਂ, ਉੱਥੇ ਵੀ ਸਾਨੂੰ ਕੋਈ ਸਿਰਫ ਮੈਂਬਰ ਹੀ ਆ ਅਸੀਂ, ਸਾਡੇ ਕੋਲ ਕੋਈ ਪੋਜੀਸ਼ਨ ਹੈ ਨਹੀਂ ਖਾਸ। ਅਗਰ ਬੀਬੀ ਰਣਜੀਤ ਕੌਰ ਦੀ ਪਿਛਲੀ ਵਾਰੀ ਉਹਨਾਂ ਨੇ ਪੋਜੀਸ਼ਨ ਦਿੱਤੀ ਸੀ ਕਿ ਵਾਈਸ ਪ੍ਰੈਜ਼ੀਡੈਂਟ ਹੈ ਉਹ ਮਨਜਿੰਦਰ ਸਿਰਸਾ ਜੀ ਤੋਂ ਨੈਕਸਟ ਸੀਟ ਤੇ, ਬਟ ਫਿਰ ਵੀ ਡਿਸੀਜਨ ਮੇਕਿੰਗ ਕਮੇਟੀ ਦੇ ਵਿੱਚ ਇੱਕ ਔਰਤ ਨੂੰ ਰੱਖਣਾ ਨਹੀਂ, ਨਵੇਂ ਲੋਕਾਂ ਨੂੰ ਲਿਆਉਣਾ, 33% ਔਰਤਾਂ ਦਾ ਹੋਣਾ ਤਾਂ ਇਹ ਬਣ ਸਕਦੀ ਹੈ। 33% ਤਾਂ ਮੈਂ ਘੱਟ ਮੰਗ ਰਹੀ ਹਾਂ, ਘੱਟ ਕਹਿ ਰਹੀ ਤੁਹਾਡੇ ਸਾਹਮਣੇ ਕਿ 33% ਇਹਨਾਂ ਚੀਜ਼ਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਅਗਰ ਅਸੀਂ ਸੁਧਾਰ ਅਸੀਂ ਕਹਿੰਦੇ ਹਾਂ ਅਸੀਂ ਭਰੂਣ ਹੱਤਿਆ ਤੇ ਕੈਂਪ ਲਗਾਈ ਜਾ ਰਹੇ ਹਾਂ, ਕਿਵੇਂ ਹਟੇਗੀ ਭਰੂਣ ਹੱਤਿਆ? ਦਾਜ ਕਹਿੰਦੇ ਰੋਕਣਾ ਚਾਹੀਦਾ, ਦਾਜ ਪ੍ਰਥਾ ਤੇ ਹੋਰ ਜਿਹੜੇ ਆਮ ਜਿਵੇਂ ਮੋਗੇ ਦੇ ਵਿੱਚ ਇੱਕ ਘਟਨਾ ਹੋਈ, ਕੁੜੀਆਂ ਨੂੰ ਮਾਰ ਦਿੱਤਾ ਜਾਂਦਾ। ਇਹ ਘਟਨਾਵਾਂ ਜਦੋਂ ਸਾਡੀਆਂ ਧਾਰਮਿਕ ਸੰਸਥਾਵਾਂ ਔਰਤਾਂ ਨੂੰ ਇਗਨੋਰ ਕਰਦੀਆਂ ਤਾਂ ਇਹੋ ਜਿਹੀਆਂ ਘਟਨਾਵਾਂ ਸਮਾਜ ਦੇ ਵਿੱਚ ਨਹੀਂ ਰੋਕੀਆਂ ਜਾ ਸਕਦੀਆਂ। ਇਹ ਗੁਰਜੀਤ ਜੀ ਤੁਸੀਂ ਦੇਖਿਆ ਕਿ ਸਿਰਸਾ ਗਰੁੱਪ ਦੀ ਇਹ ਲਿਸਟ ਵਿੱਚ ਹੀ ਹੈ ਕਿ ਜਿਹੜੇ ਦੂਸਰੇ ਹੋਰ ਗਰੁੱਪ ਆ, ਸਰਨਾ ਗਰੁੱਪ ਆ ਜਾਂ ਹੋਰ ਜਿਹੜੇ ਲੋਕ ਆਜ਼ਾਦ ਲੈ, ਉਹਨਾਂ ਵਿੱਚ ਵੀ ਔਰਤਾਂ ਦੀ ਸ਼ਮੂਲੀਅਤ ਹੈ ਜਾਂ ਉਹਨਾਂ 'ਚ ਵੀ ਹੈ ਨਹੀਂ? ਨਹੀਂ, ਸਾਰਾ ਮੈਂ ਪਤਾ ਕੀਤਾ, ਮੈਂ ਸੋਚਿਆ ਕਿ ਇੱਕ ਵਾਰ ਪਤਾ ਕਰਾਂ, ਫੋਨ ਤੇ ਮੈਂ ਕਨਫਰਮ ਕੀਤਾ। ਲਿਸਟਾਂ ਤਾਂ ਉਹਨਾਂ ਨੇ ਮੈਨੂੰ ਦਿੱਤੀਆਂ ਨੇ, ਜਿਨ੍ਹਾਂ ਲੋਕਾਂ ਤੋਂ ਮੈਂ ਮੰਗੀਆਂ, ਜਿਨ੍ਹਾਂ 2-4 ਜਾਣਕਾਰਾਂ ਤੋਂ ਮੰਗੀਆਂ, ਉਹਨਾਂ ਨੇ ਲਿਸਟਾਂ ਤੋਂ ਨਹੀਂ ਦਿੱਤੀਆਂ, ਲੇਕਿਨ ਉਹਨਾਂ ਨੇ ਦੱਸਿਆ ਹੈ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਇਹੀ ਪੋਜੀਸ਼ਨ ਹੈ ਔਰਤ ਦੀ। 4 ਮੈਕਸਿਮਮ ਹੈ ਕਿ ਕਿਸੇ ਨੇ 4 ਅਲਾਟ ਕੀਤੀਆਂ ਨੇ, ਕਿਸੇ 6 ਦਲ ਨੇ ਇੱਥੇ, 6 ਦਲ ਆਪਣੀਆਂ ਅਲੱਗ-ਅਲੱਗ ਨਾਮ ਤੋਂ, ਜਾਗੋ ਦਲ ਹੋ ਗਿਆ ਜਾਂ ਜਿਵੇਂ ਲੋਕ ਇਨਸਾਫ, ਲੋਕ ਭਲਾਈ ਇਨਸਾਫ ਹੋ ਗਿਆ, ਇਹ ਜੀਕੇ ਵਾਲੇ ਗਰੁੱਪ ਵਾਲੇ, ਇਹ ਸਾਰੇ ਮਤਲਬ ਔਰਤ ਦੀ 4 ਸੀਟਾਂ ਤੋਂ ਵੱਧ ਹੈ ਨਹੀਂ 44 ਦੇ ਵਿੱਚ। ਤੇ ਤੁਸੀਂ ਆਪ ਹੀ ਆਈਡੀਆ ਲਗਾ ਸਕਦੇ ਹੋ ਸਟੈਟਿਕਲੀ, ਅਗਰ ਆਪਾਂ ਸਾਡੀ ਜ਼ੀਰੋ ਪੋਜੀਸ਼ਨ ਹੈ ਔਰਤਾਂ ਦੀ। ਇਹ ਹੁਣ ਮੈਂ ਬਰਦਾਸ਼ਤ ਨਹੀਂ ਕਰਾਂਗੀ। ਮੈਂ ਤੁਹਾਡੇ ਥਰੂ ਇਹ ਕਹਿਣਾ ਚਾਹੁੰਦੀ ਹਾਂ, ਸੰਦੇਸ਼ ਪਹੁੰਚਾਉਣਾ ਚਾਹੁੰਦੀ ਹਾਂ ਪੂਰੇ ਭਾਰਤ ਦੇਸ਼ ਦੀਆਂ ਮਹਿਲਾਵਾਂ ਨੂੰ, ਕਿੱਥੇ ਵੀ ਜਿੱਥੇ ਵੀ ਉਹਨਾਂ ਨੇ ਇਕਨੋਮਿਕ ਤੌਰ ਤੇ ਅਗਰ ਪਾਰਟਿਸਿਪੇਸ਼ਨ ਦੀ ਗੱਲ ਹੈ, ਪੋਲੀਟੀਕਲ ਪਾਰਟਿਸਿਪੇਸ਼ਨ ਦੀ ਗੱਲ ਹੈ, ਸਮਾਜਿਕ ਪਾਰਟਿਸਿਪੇਸ਼ਨ ਦੀ ਗੱਲ ਹੈ, ਡਿਸੀਜਨ ਮੇਕਿੰਗ ਦੇ ਵਿੱਚ ਅਗਰ ਸਾਨੂੰ ਇਗਨੋਰ ਕੀਤਾ ਜਾਂਦਾ, ਉਹਨਾਂ ਪਾਰਟੀਆਂ ਦਾ, ਉਹਨਾਂ ਸੰਸਥਾਵਾਂ ਦਾ, ਉਹਨਾਂ ਦਲਾਂ ਦਾ, ਸਾਰਿਆਂ ਦਾ ਵਿਰੋਧ ਕੀਤਾ ਜਾਣਾ ਚਾਹੀਦਾ। ਤੇ ਔਰਤਾਂ ਇਕੱਠੀਆਂ ਹੋ ਕੇ ਇਸ ਚੀਜ਼ ਦਾ ਮੈਂ ਕਹਾਂਗੀ ਕਿ ਸਾਨੂੰ ਇਕੱਠੇ ਹੋ ਕੇ ਇਸ ਚੀਜ਼ ਦਾ ਡਟ ਕੇ ਵਿਰੋਧ ਕਰਨਾ ਚਾਹੀਦਾ, ਸਖਤ ਤੋਂ ਸਖਤ ਕਦਮ ਚੁੱਕਣੇ ਚਾਹੀਦੇ। ਇਹ ਸਾਡੇ ਹੀ ਸੁਧਾਰ ਦੀ ਗੱਲ ਹੈ, ਸਾਡੇ ਅਧਿਕਾਰਾਂ ਦੀ ਗੱਲ ਹੈ, ਸਾਡੇ ਰਾਈਟਸ ਦੀ ਗੱਲ ਹੈ। ਜੇ ਅੱਜ ਅਸੀਂ ਨਹੀਂ ਬੋਲਾਂਗੇ, ਸਾਨੂੰ ਸਦੀਆਂ ਤੋਂ ਦਬਾਉਂਦੇ ਆਏ ਨੇ ਤੇ ਹਮੇਸ਼ਾ ਸਾਡੇ ਨਾਲ ਇੱਦਾਂ ਹੀ ਹੁੰਦਾ ਰਹੇਗਾ ਤੇ ਸਾਨੂੰ ਦਬਾਉਂਦੇ ਰਹਿਣਗੇ। ਤੇ ਇਹ ਸਾਨੂੰ ਸਿਰਫ ਘਰ ਦੇ ਕੰਮਾਂ ਦੇ ਇੱਕ ਨੌਕਰ ਸਮਝਦੇ ਨੇ ਵੀ ਇਹ ਇੱਕ ਨੌਕਰ ਹੈ ਤੇ ਉਹੀ ਇਹਨਾਂ ਦੀ ਪੋਜੀਸ਼ਨ ਹੈ। ਘਰ ਦੇ ਵਿੱਚ ਵੀ ਮੈਂ ਦੇਖਿਆ ਕਿ ਡਿਸੀਜਨ ਮੇਕਿੰਗ ਜਦੋਂ ਕੋਈ ਵੱਡਾ ਡਿਸੀਜਨ ਲਿਆ ਜਾਂਦਾ ਔਰਤ ਨੂੰ ਬਹੁਤ ਵਾਰ ਨਹੀਂ ਪੁੱਛਿਆ ਜਾਂਦਾ। ਇਹ ਘਰਾਂ ਤੋਂ ਹੀ ਸੁਧਾਰ ਸ਼ੁਰੂ ਹੋਣੇ ਚਾਹੀਦੇ ਨੇ। ਸਾਡੀਆਂ ਧਾਰਮਿਕ ਸੰਸਥਾਵਾਂ ਨੇ ਸਭ ਤੋਂ ਜ਼ਿਆਦਾ ਗੁੱਸਾ ਮੈਨੂੰ ਇਹਨਾਂ ਚੀਜ਼ਾਂ ਤੇ ਆਇਆ ਕਿ ਜਿੱਥੇ ਬਾਬੇ ਨਾਨਕ ਦੇ ਫਲਸਫੇ ਦਾ ਪ੍ਰਚਾਰ ਹੁੰਦਾ ਹੋਵੇ ਤੇ ਉੱਥੇ ਔਰਤ ਦੀ ਪੋਜੀਸ਼ਨ ਜ਼ੀਰੋ ਹੋਵੇ। ਬਹੁਤ ਦੁੱਖ ਦੀ ਗੱਲ ਹੈ। ਮੈਂ ਤੁਹਾਨੂੰ ਦੱਸ ਨਹੀਂ ਸਕਦੀ, ਮੈਨੂੰ ਇਹ ਲਿਸਟ ਪੜ੍ਹ ਕੇ ਰੋਣਾ ਆਇਆ ਕਿ ਵੀ ਔਰਤ ਦੀ ਇੰਨੀ ਦੁਰਦਸ਼ਾ ਮੇਰੇ ਦੇਸ਼ ਦੇ ਵਿੱਚ, ਇੰਨੀ ਵੱਡੀ ਦੁਰਦਸ਼ਾ, ਔਰਤ ਨੂੰ ਐਡਾ ਜ਼ਿਆਦਾ ਇਗਨੋਰ, ਉੱਥੋਂ ਇਗਨੋਰ ਜਿੱਥੇ ਬਰਾਬਰਤਾ ਦਾ ਸੰਦੇਸ਼ ਹੈ ਉੱਥੋਂ ਇਗਨੋਰ। ਹੋਰ ਕਿਤੇ ਕੋਈ ਇਗਨੋਰ ਕਰਦਾ ਹੋਵੇ ਆਪਾਂ ਸਵਾਲ ਨਹੀਂ ਉਠਾਉਂਦੇ, ਆਪਾਂ ਚੱਕਦੇ ਨਹੀਂ, ਆਪਾਂ ਕਹਿ ਦਿੰਦੇ ਚਲੋ ਕੋਈ ਨਹੀਂ, ਇਹਨਾਂ ਦੀ ਹੋ ਸਕਦਾ ਇਹਨਾਂ ਦੀ ਮਾਨਸਿਕਤਾ ਅਲੱਗ ਹੋਵੇ। ਇਹਨਾਂ ਦੀ ਮਾਨਸਿਕਤਾ ਤਾਂ ਕਨਫਰਮ ਹੈ ਕਿ ਇਹ ਬਾਬੇ ਨਾਨਕ ਦੀ ਵੋਟ ਮੰਗਣਗੇ, ਬਾਬੇ ਨਾਨਕ ਦੇ ਨਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ। ਧਾਰਮਿਕ ਫੇਸ ਨੇ ਸਾਡੇ, ਜੇ ਸਾਡੇ ਧਾਰਮਿਕ ਫੇਸ ਨੇ ਤੇ ਸਾਨੂੰ ਬਰਾਬਰਤਾ ਦੀ ਗੱਲ ਕਰਨੀ ਚਾਹੀਦੀ ਹੈ। ਜੇ ਅਸੀਂ ਬਾਬੇ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕ ਕੇ ਕੋਈ ਚੀਜ਼ ਸ਼ੁਰੂ ਕਰਦੇ ਹਾਂ ਤਾਂ ਉੱਥੇ ਹੀ ਲਿਖਿਆ ਹੋਇਆ ਹੈ ਕਿ ਔਰਤ ਬਰਾਬਰ ਹੈ ਮਰਦ ਦੇ, ਤੇ ਉੱਥੇ ਸਾਨੂੰ ਸਾਰੀਆਂ ਚੀਜ਼ਾਂ ਬਰਾਬਰ ਮਿਲਣੀਆਂ ਚਾਹੀਦੀਆਂ, ਸਾਡੇ ਹੱਕ ਸਾਨੂੰ ਮਿਲਣੇ ਚਾਹੀਦੇ ਨੇ।
ਅਸੀਂ ਹੁਣ ਮੈਂ ਇੱਥੇ ਵੀ ਗੱਲ ਕਰਨਾ ਚਾਹੁੰਦੀ, ਸਾਨੂੰ ਇਹ ਗੱਲ ਤੇ ਕਹਿੰਦੇ ਨੇ ਮਾਤਾ ਭਾਗੋ ਦੀਆਂ ਵਾਰਸਾਂ, ਮਾਤਾ ਗੁਜਰੀ ਦੀਆਂ ਵਾਰਸਾਂ, ਬੇਬੇ ਨਾਨਕੀ ਦੀਆਂ ਵਾਰਸਾਂ, ਮਾਤਾ ਸੀਤਾ ਦੀਆਂ ਵਾਰਸਾਂ ਤੇ ਉਹ ਮਾਤਾ ਲక్ష్ਮੀ ਦੀਆਂ ਵਾਰਸਾਂ। ਇਹ ਵਾਰਸਾਂ ਕਹਿਣ ਨਾਲ ਸਾਨੂੰ ਅਧਿਕਾਰ ਮਿਲ ਜਾਣਗੇ? ਤੁਸੀਂ ਦੇ ਕੁਛ ਨਹੀਂ ਰਹੇ, ਨਾਮ ਐਡੇ ਐਡੇ ਵੱਡੇ ਯੂਜ਼ ਕਰ ਰਹੇ ਹੋ ਤੁਸੀਂ, ਤੇ ਇਹ ਬਰਦਾਸ਼ਤ ਨਹੀਂ ਕੀਤਾ ਜਾਏਗਾ। ਇਹ ਮੈਂ ਕਹਿਣਾ ਚਾਹੁੰਦੀ ਹਾਂ, ਨਾਮ ਸਰਕਾਰਾਂ ਦੀ ਤਰ੍ਹਾਂ ਸਰਕਾਰਾਂ ਲਈ ਬੋਲੀ ਬੋਲਣੀ ਬੰਦ ਕਰੋ। ਸਾਡੇ ਨਾਮ ਵੱਡੇ ਵੱਡੇ ਰੱਖਣੇ ਤੇ ਸਾਨੂੰ ਵੱਡੇ ਵੱਡੇ ਅਹੁਦਿਆਂ ਦੇ ਨਾਲ ਪੁਕਾਰਨਾ ਬੰਦ ਕਰੋ। ਸਾਨੂੰ ਸਾਡੇ ਬਣਦੇ ਰਾਈਟ ਦਿਓ। ਬਹੁਤ ਬਹੁਤ ਧੰਨਵਾਦ ਗੁਰਜੀਤ ਜੀ ਤੁਹਾਡਾ। ਗੱਲ ਉੱਭਰ ਕੇ ਸਾਹਮਣੇ ਇਹ ਆਂਦੀ ਆ ਕਿ ਨਵੀਨਤਮ ਧਰਮ ਸਿੱਖ ਧਰਮ, ਜਿਹਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਔਰਤ ਨੂੰ ਬਹੁਤ ਵੱਡਾ ਇੱਕ ਦਰਜਾ ਦਿੱਤਾ। ਔਰਤ ਦੇ ਦਰਜੇ ਨੂੰ ਉਹਨਾਂ ਨੇ ਸਮਾਜ ਵਿੱਚ ਮਰਦ ਦੇ ਬਰਾਬਰ ਰੱਖਿਆ। ਪਰ ਦਿੱਲੀ ਸਿੱਖ ਮੈਨੇਜਮੈਂਟ ਗੁਰਦੁਆਰਾ ਕਮੇਟੀ ਦੀਆਂ ਜਿਹੜੀਆਂ ਚੋਣਾਂ ਹੋ ਰਹੀਆਂ, ਜਿਹਦੇ ਵਿੱਚ ਸਭ ਤੋਂ ਵੱਡਾ ਦਲ ਜੋ ਪਿਛਲੇ ਲੰਬੇ ਸਮੇਂ ਤੋਂ ਦਿੱਲੀ ਦੀ ਸਿੱਖ ਰਾਜਨੀਤੀ ਦੇ ਵਿੱਚ ਮੈਨੇਜਮੈਂਟ ਕਮੇਟੀ ਦੇ ਵਿੱਚ ਕਾਬਜ ਆ, ਉਸ ਧੜੇ ਦੀ ਲਿਸਟ ਜਿਹੜੀ 46 ਮੈਂਬਰਾਂ ਦੀ ਆਈ ਆ, ਉਹਦੇ ਵਿੱਚ 44 ਤੱਕ ਸਾਰੇ ਮਰਦ ਉਮੀਦਵਾਰਾਂ ਦੇ ਨਾਂ ਆ, ਤੇ ਜਿਹਦੇ ਵਿੱਚ ਔਰਤਾਂ ਦੀ ਸ਼ਮੂਲੀਅਤ ਜਿਹੜੀ ਆ ਉਹ ਨਾਂ ਦੇ ਬਰਾਬਰ ਆ। ਤੇ ਜਿਹਦੇ ਵਿੱਚ ਇਸ ਵੇਲੇ ਔਰਤ ਕ੍ਰਾਂਤੀਕਾਰੀ ਵਿਚਾਰਾਂ ਵਾਲੀ ਗੁਰਜੀਤ ਕੌਰ ਨੇ ਇਹ ਕਿਹਾ ਕਿ ਸਭ ਨੂੰ ਵੱਡਾ ਜੇ ਸਾਨੂੰ ਗੁਰੂ ਨਾਨਕ ਮਹਾਰਾਜ ਦੇ ਦਰ ਤੇ ਉਹਦੀ ਸੇਵਾ ਦੇ ਵਿੱਚ ਨੁਮਾਇੰਦਗੀ ਵਿੱਚ ਮੌਕਾ ਨਹੀਂ ਮਿਲਦਾ ਤੇ ਅਸੀਂ ਹੋਰ ਕਿੱਥੋਂ ਆਸ ਰੱਖ ਸਕਦੇ ਹਾਂ। ਇਹ ਆਵਾਜ਼ ਜਿਹੜੀ ਇਸ ਵੇਲੇ ਆਮ ਪਲੇਟਫਾਰਮ ਤੋਂ ਉਠਾਈ ਜਾ ਰਹੀ ਆ ਕਿ ਔਰਤਾਂ ਦੀ ਸ਼ਮੂਲੀਅਤ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਵਿੱਚ ਹੋਰ ਵਧੇਰੇ ਹੋਣੀ ਚਾਹੀਦੀ ਹੈ, 33% ਘੱਟੋ ਘੱਟ ਹੋਣੀ ਚਾਹੀਦੀ ਹੈ, ਤਾਂ ਕਿ ਔਰਤਾਂ ਆਪਣਾ ਆਵਾਜ਼ ਉਠਾ ਸਕਣ। ਜਦ ਔਰਤਾਂ ਘਰ ਸਾਂਭ ਸਕਦੀਆਂ, ਔਰਤਾਂ ਅੰਦੋਲਨ ਸਾਂਭ ਸਕਦੀਆਂ, ਤੇ ਦਿੱਲੀ ਗੁਰਦੁਆਰਾ ਕਮੇਟੀ ਦੇ ਵਿੱਚ ਮੈਂਬਰੀ ਲੈ ਕੇ ਗੁਰਦੁਆਰੇ ਦੀ ਸੇਵਾ ਕਿਉਂ ਨਹੀਂ ਸਾਂਭ ਸਕਦੀਆਂ। ਕੈਮਰਾਮੈਨ ਪ੍ਰਿੰਦਰ ਦੇ ਨਾਲ ਗੁਰਨਾਮ ਸਿੰਘ ਬਿਲਗਾ, ਸਿੰਘੂ ਬਾਰਡਰ, ਦਿੱਲੀ ਤੋਂ।